ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਰੂਬਰੂ ਹੋ ਰਹੇ ਹਾਂ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਯਹੂਨਾ ਦੀ ਅੰਜੀਲ ਦੇ 8 ਅਧਿਆਇ ਦੀ 1 ਆਇਤ ਤੋਂ ਲੈ ਕੇ 11 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਇਹਨਾਂ ਵਚਨਾਂ ਦੇ ਵਿੱਚੋਂ ਅੱਜ ਅਸੀਂ ਉਸ ਇਸਤਰੀ ਦੇ ਬਾਰੇ ਚਰਚਾ ਕਰ ਰਹੇ ਸੀ ਜੋ ਜਿਨਾਕਾਰੀ ਦੇ ਵਿੱਚ ਫੜੀ ਗਈ ਸੀ, ਪਰ ਜਦੋਂ ਉਸ ਦੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਮੁਲਾਕਾਤ ਹੋਈ ਤਾਂ ਉਸ ਦਾ ਜੀਵਨ ਬਦਲ ਗਿਆ। ਅਸੀਂ ਜਾਣਿਆ ਕਿ ਬਾਈਬਲ ਬਾਣੀ ਦੱਸਦੀ ਹੈ ਕਿ ਸੰਸਾਰ ਦੇ ਵਿੱਚ ਹਰ ਇੱਕ ਵਿਅਕਤੀ ਪਾਪੀ ਹੈ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਦੂਰ ਹੈ। ਅਸੀਂ ਇਹ ਵੀ ਜਾਣਿਆ ਕਿ ਦੋਸ਼ ਨਾ ਲਗਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਗਾਇਆ ਜਾਏ। ਇਸ ਕਰਕੇ ਜਦੋਂ ਉਹ ਇਸਤਰੀ ਗ੍ਰੰਥੀਆਂ ਅਤੇ ਫਰੀਸੀਆਂ ਦੇ ਦੁਆਰਾ ਯਿਸੂ ਜੀ ਦੇ ਕੋਲ ਲਿਆਈ ਗਈ ਤਾਂ ਉਹ ਪ੍ਰਭੂ ਯਿਸੂ ਜੀ ਦੇ ਵਿੱਚ ਦੋਸ਼ ਲੱਭਣਾ ਚਾਹੁੰਦੇ ਸੀ ਤਾਂ ਜੋ ਉਹ ਪ੍ਰਭੂ ਯਿਸੂ ਜੀ ਨੂੰ ਫਸਾ ਸਕਣ। ਪਰ ਪ੍ਰਭੂ ਯਿਸੂ ਜੀ ਨੇ ਕਿਹਾ, ਜਿਨਨੇ ਪਾਪ ਨਹੀਂ ਕੀਤਾ ਉਹ ਪਹਿਲਾ ਪੱਥਰ ਮਾਰੇ। ਅਸੀਂ ਵੇਖਿਆ ਕਿ ਸਾਰੇ ਲੋਕ ਇੱਕ ਇੱਕ ਕਰਕੇ ਉੱਥੋਂ ਚਲੇ ਗਏ। ਆਖਿਰ ਦੇ ਵਿੱਚ ਸਿਰਫ ਯਿਸੂ ਅਤੇ ਉਹ ਇਸਤਰੀ ਹੀ ਰਹਿ ਗਏ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਜਾਰੀ ਰੱਖਾਂਗੇ। ਤਾਂ ਫਿਰ ਦੋਸਤੋ, ਆਓ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਯਿਸੂ ਨੇ ਉਹਨੂੰ ਕਿਹਾ, ਤੇਰੇ ਤੇ ਦੋਸ਼ ਲਾਉਣ ਵਾਲੇ ਕਿੱਥੇ ਹਨ? ਉਹ ਬੋਲੀ, ਉਹ ਚਲੇ ਗਏ ਹਨ। ਤਾਂ ਯਿਸੂ ਨੇ ਕਿਹਾ, ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਹੀਂ ਦਿੱਤਾ? ਉਹ ਬੋਲੀ, ਪ੍ਰਭੂ ਜੀ, ਕਿਸੇ ਨੇ ਵੀ ਨਹੀਂ। ਯਿਸੂ ਨੇ ਕਿਹਾ, ਮੈਂ ਵੀ ਨਹੀਂ ਦਿੰਦਾ। ਪਹਿਲੀ ਕਲੀਸਿਆ ਦੇ ਬਹੁਤ ਸਾਰੇ ਪਿਤਾ ਜਦੋਂ ਉਹ ਪਵਿੱਤਰ ਵਚਨ ਦੇ ਇਸ ਹਿੱਸੇ ਵਿੱਚ ਆਏ ਤਾਂ ਉਹਨਾਂ ਨੇ ਕਿਹਾ, ਇਹ ਵਚਨ ਬਾਈਬਲ ਦਾ ਨਹੀਂ ਹੈ। ਉਹਨਾਂ ਵਿੱਚੋਂ ਕਈਆਂ ਨੇ ਅਸਲ ਵਿੱਚ ਇਸ ਨੂੰ ਉਹਨਾਂ ਦੀਆਂ ਕਾਪੀਆਂ ਅਤੇ ਉਹਨਾਂ ਦੀਆਂ ਪ੍ਰਤੀਲਿਪੀਆਂ ਵਿੱਚੋਂ ਮਿਟਾ ਦਿੱਤਾ ਅਤੇ ਕੁਝ ਪਹਿਲੀਆਂ ਹਸਤਲਿਪੀਆਂ ਵਿੱਚ ਇਹ ਐਤਾਂ ਹੈ ਹੀ ਨਹੀਂ ਹਨ। ਉਹਨਾਂ ਦੇ ਇਹ ਕਹਿਣ ਦਾ ਕਾਰਨ ਇਹ ਐਤਾਂ ਬਾਈਬਲ ਵਿੱਚੋਂ ਨਹੀਂ ਹਨ ਉਹ ਇਹ ਸੀ ਕਿਉਂਕਿ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਯਿਸੂ ਜਿਨਾਹਕਾਰੀ ਨੂੰ ਨਜ਼ਰ ਅੰਦਾਜ਼ ਕਰ ਰਿਹਾ ਸੀ। ਉਹ ਪਵਿੱਤਰ ਵਚਨ ਕਿਵੇਂ ਹੋ ਸਕਦਾ ਸੀ? ਪਰ ਉਹ ਇਹ ਨਹੀਂ ਕਰ ਰਿਹਾ। ਅਤੇ ਜਦੋਂ ਅਸੀਂ ਇਸ ਨੂੰ ਬੜੇ ਧਿਆਨ ਨਾਲ ਪੜ੍ਹਦੇ ਹਾਂ ਤੇ ਸਾਨੂੰ ਸਮਝ ਲੱਗਦੀ ਹੈ, ਯਿਸੂ ਕਿਵੇਂ ਕਹਿ ਸਕਦਾ ਸੀ, ਮੈਂ ਵੀ ਤੈਨੂੰ ਸਜ਼ਾ ਦਾ ਹੁਕਮ ਨਹੀਂ ਦਿੰਦਾ। ਖੈਰ, ਵਿਵਹਾਰਿਕ ਦ੍ਰਿਸ਼ਟੀਕੋਣ ਤੋਂ ਉਹ ਉਸ ਨੂੰ ਸਜ਼ਾ ਦਾ ਹੁਕਮ ਨਹੀਂ ਸੀ ਦੇ ਸਕਦਾ ਕਿਉਂਕਿ ਸਾਰੇ ਗਵਾਹ ਜਾ ਚੁੱਕੇ ਸਨ। ਤੁਸੀਂ ਬਿਨਾਂ ਗਵਾਹ ਦੇ ਮੁਕੱਦਮਾ ਨਹੀਂ ਚਲਾ ਸਕਦੇ ਅਤੇ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਪਹਿਲਾਂ ਹੀ ਜਾ ਚੁੱਕੇ ਸਨ। ਇਸ ਲਈ ਉਹ ਵਿਵਹਾਰਿਕ ਤੌਰ ਤੇ ਉਸ ਨੂੰ ਸਜ਼ਾ ਦਾ ਹੁਕਮ ਨਹੀਂ ਸੀ ਦੇ ਸਕਦਾ। ਪਰ ਹਾਂ, ਅਸੀਂ ਉਸ ਤੋਂ ਵੀ ਵੱਧ ਮਹੱਤਵਪੂਰਨ ਕੁਝ ਜਾਣਦੇ ਹਾਂ। ਉਸ ਨੇ ਉਹਨੂੰ ਇਸ ਲਈ ਸਜ਼ਾ ਦਾ ਹੁਕਮ ਨਹੀਂ ਦਿੱਤਾ ਕਿਉਂਕਿ ਉਹ ਉਸ ਨੂੰ ਪਹਿਲਾਂ ਤੋਂ ਹੀ ਮਾਫ ਕਰ ਚੁੱਕਾ ਸੀ। ਉਸ ਨੇ ਉਸ ਔਰਤ ਨੂੰ ਸਜ਼ਾ ਦਾ ਹੁਕਮ ਉਸੇ ਕਾਰਨ ਨਹੀਂ ਦਿੱਤਾ ਜਿਸ ਕਾਰਨ ਉਹ ਸਾਨੂੰ ਸਜ਼ਾ ਦਾ ਹੁਕਮ ਨਹੀਂ ਦਿੰਦਾ। ਉਸ ਨੇ ਉਹ ਸਲੀਬ ਕਰਕੇ ਉਸ ਦਾ ਨਿਆਂ ਨਹੀਂ ਕੀਤਾ ਜਿਸ ਤੇ ਉਸ ਨੇ ਆਪਣੀ ਜਾਨ ਦੇਣੀ ਸੀ ਅਤੇ ਜੋ ਉਸ ਨੇ ਕੀਤਾ ਸੀ ਉਸ ਦੀ ਪੂਰੀ ਸਜ਼ਾ ਦਾ ਮੁੱਲ ਅਦਾ ਕਰਨਾ ਸੀ। ਜੇ ਉਸ ਤੇ ਸਜ਼ਾ ਦਾ ਹੁਕਮ ਸੀ ਤਾਂ ਉਸ ਔਰਤ ਨੂੰ ਸਜ਼ਾ ਦਾ ਹੁਕਮ ਨਹੀਂ ਸੀ ਦਿੱਤਾ ਜਾ ਸਕਦਾ ਅਤੇ ਉਹ ਜਾਣਦਾ ਸੀ ਕਿ ਉਸ ਨੇ ਸਲੀਬ ਤੇ ਚੜ੍ਹ ਕੇ ਸਾਰਿਆਂ ਦੇ ਪਾਪਾਂ ਦੀ ਸਜ਼ਾ ਆਪਣੇ ਤੇ ਲੈਣੀ ਸੀ। ਇਸ ਲਈ ਉਸ ਔਰਤ ਦੀ ਸਜ਼ਾ ਉਸ ਨੇ ਆਪਣੇ ਤੇ ਲੈ ਲਈ ਅਤੇ ਉਸ ਔਰਤ ਨੂੰ ਇਸ ਦਾ ਕੋਈ ਮੁੱਲ ਅਦਾ ਕਰਨਾ ਨਹੀਂ ਪਿਆ। ਇਸੇ ਕਰਕੇ ਉਸਨੇ ਕਿਹਾ, ਮੈਂ ਵੀ ਤੈਨੂੰ ਸਜ਼ਾ ਦਾ ਹੁਕਮ ਨਹੀਂ ਦਿੰਦਾ। ਮੇਰੇ ਦੋਸਤੋ, ਮੈਂ ਨਹੀਂ ਜਾਣਦਾ ਕਿ ਤੁਸੀਂ ਕਦੀ ਇਸ ਬਾਰੇ ਸੋਚਣ ਲਈ ਰੁਕੇ ਹੋ ਕਿ ਨਹੀਂ। ਇਸੇ ਲਈ ਉਹ ਤੁਹਾਨੂੰ ਅਤੇ ਮੈਨੂੰ ਆਖਦਾ ਹੈ, ਮੈਂ ਵੀ ਤੁਹਾਡੇ ਤੇ ਸਜ਼ਾ ਦਾ ਹੁਕਮ ਨਹੀਂ ਦਿੰਦਾ। ਉਹ ਸਾਨੂੰ ਸਜ਼ਾ ਨਹੀਂ ਦਿੰਦਾ ਕਿਉਂਕਿ ਸਜ਼ਾ ਮਹੱਤਵਹੀਣ ਹੈ। ਉਹ ਸਾਨੂੰ ਸਜ਼ਾ ਨਹੀਂ ਦਿੰਦਾ ਕਿਉਂਕਿ ਸਜ਼ਾ ਪਹਿਲਾਂ ਤੋਂ ਹੀ ਯਿਸੂ ਮਸੀਹ ਨੂੰ ਦਿੱਤੀ ਜਾ ਚੁੱਕੀ ਹੈ। ਜਿਸ ਨੇ ਸਾਡੀ ਜਗ੍ਹਾ ਤੇ ਆਪਣੀ ਜਾਨ ਦਿੱਤੀ, ਉਸ ਨੇ ਸਾਡੇ ਲਈ ਇਹ ਆਪਣੇ ਤੇ ਲੈ ਲਈ ਤਾਂ ਕਿ ਸਾਨੂੰ ਸਜ਼ਾ ਦਾ ਮੁੱਲ ਅਦਾ ਕਰਨਾ ਨਾ ਪਵੇ। ਯਹੂਨਾ 3:17 ਵਚਨ ਇਸ ਤਰ੍ਹਾਂ ਕਹਿੰਦਾ ਹੈ, ਪਰਮੇਸ਼ਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਏ, ਸਗੋਂ ਇਸ ਲਈ ਜਗਤ ਉਹਦੇ ਰਾਹੀਂ ਬਚਾਇਆ ਜਾਏ।
ਫਿਰ ਉਹ ਉਸ ਨੂੰ ਕਹਿੰਦਾ ਹੈ, ਜਾ ਏਦੂ ਅੱਗੋਂ ਪਾਪ ਨਾ ਕਰੀ। ਮੇਰੇ ਲਈ ਇਹ ਕਰਮ ਦਿਲਚਸਪ ਹੈ, ਜਿਸ ਵਿੱਚ ਇਹ ਦੋ ਟਿੱਪਣੀਆਂ ਪੇਸ਼ ਕੀਤੀਆਂ ਗਈਆਂ ਹਨ। ਉਸ ਨੇ ਇਹ ਨਹੀਂ ਕਿਹਾ, ਜਾ ਏਦੂ ਅੱਗੇ ਪਾਪ ਨਾ ਕਰੀ, ਮੈਂ ਵੀ ਤੇਰੇ ਤੇ ਸਜ਼ਾ ਦਾ ਹੁਕਮ ਨਹੀਂ ਦਿੰਦਾ। ਉਸ ਨੇ ਕਿਹਾ, ਮੈਂ ਵੀ ਤੇਰੇ ਤੇ ਸਜ਼ਾ ਦਾ ਹੁਕਮ ਨਹੀਂ ਦਿੰਦਾ, ਜਾ ਏਦੂ ਅੱਗੋਂ ਪਾਪ ਨਾ ਕਰੀ। ਉਸ ਨੇ ਇਹ ਨਹੀਂ ਕਿਹਾ, ਜਾ ਕੇ ਕੁਝ ਸਮੇਂ ਲਈ ਆਪਣੀ ਜ਼ਿੰਦਗੀ ਗੁਜ਼ਾਰ, ਸਾਨੂੰ ਵਿਖਾ ਕਿ ਤੂੰ ਸੱਚਮੁੱਚ ਬਦਲ ਗਈ ਹੈ। ਪਵਿੱਤਰ ਜ਼ਿੰਦਗੀ ਗੁਜ਼ਾਰ, ਫਿਰ ਮੈਂ ਤੇਰੇ ਤੇ ਸਜ਼ਾ ਦਾ ਹੁਕਮ ਨਹੀਂ ਦਵਾਂਗਾ। ਕੀ ਤੁਸੀਂ ਖੁਸ਼ ਨਹੀਂ ਹੋ? ਯਿਸੂ ਇਹ ਨਹੀਂ ਕਹਿੰਦਾ, ਆਪਣੀ ਜ਼ਿੰਦਗੀ ਨੂੰ ਸ਼ੁੱਧ ਬਣਾ, ਫਿਰ ਮੇਰੇ ਕੋਲ ਆਵੀਂ ਅਤੇ ਮੈਂ ਤੈਨੂੰ ਆਖਰੀ ਸਪਰਸ਼ ਦਵਾਂਗਾ। ਉਹ ਕਹਿੰਦਾ ਹੈ, ਤੂੰ ਆਪਣੇ ਸਾਰੇ ਪਾਪਾਂ ਨਾਲ ਮੇਰੇ ਕੋਲ ਆ, ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਕੌਣ ਹੈ, ਮੈਂ ਤੈਨੂੰ ਸਜ਼ਾ ਦਾ ਹੁਕਮ ਨਹੀਂ ਦਿੰਦਾ। ਹੁਣ ਜਾ ਅਤੇ ਉਸ ਨੂੰ ਆਦਰ ਦਿੰਦਾ ਹੋਇਆ ਆਪਣੀ ਜ਼ਿੰਦਗੀ ਜੀ, ਜਿਸ ਨੇ ਤੈਨੂੰ ਇੰਨੀ ਵੱਡੀ ਮਾਫੀ ਦਿੱਤੀ ਹੈ। ਧਰਤੀ ਤੇ ਲਿਖਤ ਦੋਸ਼ ਲਾਉਣ ਵਾਲਿਆਂ ਲਈ ਸ਼ਬਦ, ਦੋਸ਼ ਲਾਉਣ ਵਾਲਿਆਂ ਦਾ ਨਿਕਲ ਜਾਣਾ ਅਤੇ ਫਿਰ ਉਹ ਇਕੱਲੀ ਔਰਤ, ਇਕੱਲੀ ਯਿਸੂ ਨਾਲ। ਨੰਬਰ 3, ਸਾਡੀਆਂ ਜ਼ਿੰਦਗੀਆਂ ਵਿੱਚ ਇਸ ਦੀ ਪ੍ਰਸੰਗਤਾ। ਇਸ ਤੋਂ ਪਹਿਲਾਂ ਕਿ ਅਸੀਂ ਆਪਣੀਆਂ ਬਾਈਬਲਾਂ ਨੂੰ ਬੰਦ ਕਰੀਏ, ਮੈਂ ਇਸ ਕਹਾਣੀ ਵਿੱਚੋਂ ਕੁਝ ਉਹ ਗੱਲਾਂ ਦੱਸਣਾ ਚਾਹੁੰਦਾ ਹਾਂ ਜਿਨ੍ਹਾਂ ਦੀ ਸਾਡੀ ਜ਼ਿੰਦਗੀ ਵਿੱਚ ਪ੍ਰਸੰਗਤਾ ਹੈ ਜਾਂ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀਆਂ ਤੇ ਲਾਗੂ ਕਰ ਸਕਦੇ ਹਾਂ। ਇੱਥੇ ਇੱਕ ਔਰਤ ਹੈ ਜਿਹੜੀ ਯਿਸੂ ਨੂੰ ਮਿਲੀ ਅਤੇ ਉਸ ਦੀ ਜ਼ਿੰਦਗੀ ਸਦਾ ਲਈ ਬਦਲ ਗਈ। ਪਰ ਜੇ ਅਸੀਂ ਕਹਾਣੀ ਨੂੰ ਬੜੇ ਧਿਆਨ ਨਾਲ ਪੜ੍ਹੀਏ ਤਾਂ ਸਾਨੂੰ ਇਸ ਕਹਾਣੀ ਵਿੱਚੋਂ ਕੁਝ ਸਬਕ ਮਿਲਣਗੇ ਜਿਨ੍ਹਾਂ ਨੂੰ ਅੱਜ ਸਿੱਖਣ ਦੀ ਲੋੜ ਹੈ। ਭਾਗ ਊੜਾ, ਸਭ ਤੋਂ ਬੁਰੇ ਪਾਪੀ ਅਕਸਰ ਸਭ ਤੋਂ ਵੱਡੇ ਦੋਸ਼ ਲਾਉਣ ਵਾਲੇ ਹੁੰਦੇ ਹਨ। ਸਭ ਤੋਂ ਪਹਿਲਾਂ ਕਿ ਇਹ ਦਿਲਚਸਪ ਨਹੀਂ ਕਿ ਸਭ ਤੋਂ ਬੁਰੇ ਪਾਪੀ ਅਕਸਰ ਸਭ ਤੋਂ ਵੱਡੇ ਦੋਸ਼ ਲਾਉਣ ਵਾਲੇ ਹੁੰਦੇ ਹਨ। ਮੈਂ ਤੁਹਾਨੂੰ ਦੱਸਦਾ ਹਾਂ, ਉਸ ਦਿਨ ਉਸ ਕਮਰੇ ਵਿੱਚ ਜਿੱਥੇ ਯਿਸੂ ਆਪਣੇ ਚੇਲਿਆਂ ਨਾਲ ਬਾਹਰੀ ਘੇਰੇ ਵਿੱਚ ਖੜਾ ਸੀ ਅਤੇ ਫਰੀਸੀ ਅਤੇ ਗ੍ਰੰਥੀ ਅੰਦਰੂਨੀ ਘੇਰੇ ਵਿੱਚ ਅਤੇ ਔਰਤ ਵਿਚਕਾਰ ਖੜੀ ਸੀ, ਸਭ ਤੋਂ ਵੱਡਾ ਪਾਪੀ ਉੱਥੇ ਯਿਸੂ ਮਸੀਹ ਦੇ ਨਾਲ ਨਹੀਂ ਖੜਾ ਸੀ। ਸਭ ਤੋਂ ਵੱਡਾ ਪਾਪੀ ਉਹ ਮਨੁੱਖ ਸਨ ਜਿਹੜੇ ਯਿਸੂ ਨੂੰ ਫਸਾਉਣ ਲਈ ਆਪਣੇ ਦੋਸ਼ ਨਾਲ ਆਏ ਸਨ। ਵੇਖੋ ਉਹਨਾਂ ਨੇ ਕੀ ਕੀਤਾ। ਯਹੂਦੀ ਨਿਯਮ ਕਹਿੰਦਾ ਹੈ ਸੀ, ਜਨਾਹਕਾਰੀ ਦਾ ਦੋਸ਼ ਤਦ ਤੱਕ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਅਸਲ ਜਨਾਹਕਾਰੀ ਨੂੰ ਬਹੁਤ ਸਾਰੇ ਗੁਆਵਾਂ ਨੇ ਨਾ ਵੇਖਿਆ ਹੋਵੇ, ਅਤੇ ਇਹ ਉਹ ਸਿਰਫ ਇੱਕੋ ਤਰੀਕੇ ਨਾਲ ਕਰ ਸਕਦਾ ਸੀ ਅਤੇ ਉਹ ਸੀ ਸ਼ੁਰੂ ਤੋਂ ਹੀ ਉਸ ਨੂੰ ਫਸਾ ਸਕੇ। ਸਾਡਾ ਇਹ ਸੋਚਣਾ ਸਹੀ ਹੈ ਕਿ ਉਹ ਮਨੁੱਖ ਜਿਸ ਨੇ ਇਸ ਔਰਤ ਨਾਲ ਜਿਨਾਹ ਕੀਤਾ ਸੀ, ਉਸ ਦਾ ਇਸ ਔਰਤ ਨਾਲ ਨਜਾਇਜ਼ ਸੰਬੰਧ ਸੀ ਅਤੇ ਉਸ ਨੇ ਦੋਸ਼ ਲਾਉਣ ਵਾਲੀ ਭੀੜ ਨਾਲ ਮਿਲ ਕੇ ਇਸ ਔਰਤ ਨੂੰ ਜਿਨਾਹ ਕਰਦੀ ਫੜਾਇਆ ਸੀ। ਕੁਝ ਦਾ ਇਹ ਵਿਸ਼ਵਾਸ ਹੈ ਕਿ ਉਸ ਦਿਨ ਇਹ ਮਨੁੱਖ ਵੀ ਗ੍ਰੰਥੀਆਂ ਤੇ ਫਰੀਸੀਆਂ ਵਿੱਚ ਖੜਾ ਉਸ ਔਰਤ ਤੇ ਦੋਸ਼ ਲਾ ਰਿਹਾ ਸੀ, ਕਿਉਂਕਿ ਯਿਸੂ ਮਸੀਹ ਦੇ ਸਮੇਂ ਵਿੱਚ ਗ੍ਰੰਥੀਆਂ ਅਤੇ ਫਰੀਸੀਆਂ ਨੂੰ ਦੋਗਲਾ ਜੀਵਨ ਜਿਉਣ ਲਈ ਜਾਣਿਆ ਜਾਂਦਾ ਸੀ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਜਿਨਾਹਕਾਰੀ ਵਿੱਚ ਵੀ ਜਿਉਂਦੇ ਸਨ। ਫਿਰ ਇੱਕ ਹੋਰ ਵਿਚਾਰ ਹੈ, ਜਿਨਾਹਕਾਰੀ ਕਰਨ ਲਈ 2 ਜਣਿਆਂ ਦੀ ਲੋੜ ਹੁੰਦੀ ਹੈ। ਉਸ ਆਦਮੀ ਦਾ ਕੀ ਹੋਇਆ? ਉਹ ਕਿੱਥੇ ਗਿਆ? ਉਹ ਕਿਵੇਂ ਭੱਜ ਸਕਦਾ ਸੀ? ਉਹ ਉਸ ਨੂੰ ਯਿਸੂ ਕੋਲ ਕਿਉਂ ਨਹੀਂ ਲਿਆਏ? ਕਈਆਂ ਨੇ ਦਲੀਲ ਦਿੱਤੀ ਹੈ ਕਿ ਸ਼ਾਇਦ ਉਹ ਉੱਥੇ ਹੀ ਸੀ, ਪਰ ਦੋਸ਼ੀ ਦੋਸ਼ ਲਾਉਣ ਵਾਲਿਆਂ ਵਿੱਚ ਸੀ। ਮੈਂ ਤੁਹਾਨੂੰ ਦੱਸਦਾ ਹਾਂ, ਉੱਥੇ ਕੁਝ ਬਹੁਤ ਹੀ ਦੁਖੀ ਮਨੁੱਖ ਸਨ ਅਤੇ ਫਿਰ ਵੀ ਉਹ ਇਸ ਔਰਤ ਤੇ ਉਂਗਲੀ ਉਠਾ ਰਹੇ ਸਨ। ਕੀ ਇਹ ਦਿਲਚਸਪ ਨਹੀਂ ਹੈ ਕਿ ਅਕਸਰ ਅਸੀਂ ਦੂਜਿਆਂ ਵਿੱਚ ਉਹ ਵੇਖਦੇ ਹਾਂ ਜੋ ਅਸੀਂ ਆਪਣੇ ਆਪ ਵਿੱਚ ਜਾਣਦੇ ਹਾਂ ਕਿ ਸੱਚ ਹੈ, ਅਤੇ ਆਪਣੇ ਆਪ ਤੋਂ ਕਠੋਰ ਹੋਣ ਦੀ ਬਜਾਏ ਅਸੀਂ ਦੂਜਿਆਂ ਤੋਂ ਹੀ ਕਠੋਰ ਹੁੰਦੇ ਹਾਂ। ਕਪਟ ਦੇ ਪਾਪ ਨੂੰ ਢੱਕਣਾ ਅਤੇ ਆਤਮਿਕ ਧਾਰਮਿਕਤਾ ਦੇ ਪਾਪ ਨੂੰ ਢੱਕਣਾ ਸੌਖਾ ਹੈ, ਪਰ ਬਾਹਰੀ ਪਾਪ, ਸਮਾਜਿਕ ਪਾਪ ਆਸਾਨੀ ਨਾਲ ਪਹਿਚਾਨਣਯੋਗ ਹੁੰਦੇ ਹਨ ਅਤੇ ਆਤਮ ਧਰਮੀ ਲੋਕਾਂ ਲਈ ਕਿਸੇ ਵੱਲ ਆਪਣੀ ਪਖੰਡੀ ਉਂਗਲੀ ਕਰਕੇ ਇਹ ਕਹਿਣਾ ਸੌਖਾ ਹੁੰਦਾ ਹੈ, ਉਸ ਪਾਪੀ ਵੱਲ ਵੇਖੋ। ਜਦੋਂ ਅਕਸਰ ਸਭ ਤੋਂ ਵੱਡਾ ਪਾਪੀ ਸਭ ਤੋਂ ਵੱਡਾ ਦੋਸ਼ ਲਾਉਣ ਵਾਲਾ ਬਣ ਜਾਂਦੇ ਹਨ। ਤੁਹਾਡੇ ਵਿੱਚੋਂ ਸ਼ਾਇਦ ਕਈਆਂ ਤੇ ਕਿਸੇ ਆਤਮ ਧਰਮੀ ਵਿਅਕਤੀ ਵੱਲੋਂ ਕੋਈ ਦੋਸ਼ ਲਾਇਆ ਗਿਆ ਹੋਵੇ, ਪਰ ਬਾਅਦ ਵਿੱਚ ਤੁਹਾਨੂੰ ਪਤਾ ਲੱਗਾ ਹੋਵੇ ਕਿ ਉਹ ਤਾਂ ਆਪ ਬੜਾ ਵੱਡਾ ਦੋਸ਼ੀ ਹੈ। ਭਾਗ ਐੜਾ, ਧਰਮ ਤੁਹਾਨੂੰ ਸਵਰਗ ਵਿੱਚ ਨਹੀਂ ਲੈ ਕੇ ਜਾਵੇਗਾ ਅਤੇ ਕੋਈ ਖਾਸ ਪਾਪ ਤੁਹਾਨੂੰ ਇਸ ਤੋਂ ਬਾਹਰ ਨਹੀਂ ਰੱਖਣਗੇ। ਦੂਜੀ ਗੱਲ ਜੋ ਸਾਡੇ ਅੱਜ ਦੇ ਵਚਨ ਵਿੱਚ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਨੋਟ ਕਰੋ ਅਤੇ ਸੱਚਮੁੱਚ ਸਾਡੇ ਲਈ ਸਮਝਣੀ ਜ਼ਰੂਰੀ ਹੈ, ਉਹ ਇਹ ਹੈ, ਧਰਮ ਤੁਹਾਨੂੰ ਸਵਰਗ ਵਿੱਚ ਨਹੀਂ ਲੈ ਕੇ ਜਾਵੇਗਾ ਅਤੇ ਕੋਈ ਖਾਸ ਪਾਪ ਤੁਹਾਨੂੰ ਇਸ ਤੋਂ ਬਾਹਰ ਨਹੀਂ ਰੱਖਣਗੇ। ਇਹ ਧਾਰਮਿਕ ਮਨੁੱਖ ਸਨ
ਅਤੇ ਮੈਂ ਉਹਨਾਂ ਬਾਰੇ ਕੋਈ ਲਿਖਤ ਨਹੀਂ ਵੇਖਣਾ ਚਾਹੁੰਦਾ, ਨਾ ਹੀ ਮੈਂ ਉਹਨਾਂ ਦਾ ਨਿਆਈ ਬਣਨਾ ਚਾਹੁੰਦਾ ਹਾਂ। ਪਰ ਜਿੱਥੇ ਤੱਕ ਮੈਂ ਸਮਝਦਾ ਹਾਂ, ਇਹ ਔਰਤ ਸਵਰਗ ਵਿੱਚ ਗਈ, ਜਦ ਕਿ ਇਹਨਾਂ ਮਨੁੱਖਾਂ ਦਾ ਅੰਤ ਨਰਕ ਵਿੱਚ ਹੋਇਆ। ਉਸ ਔਰਤ ਨੇ ਤੌਬਾ ਕਰ ਲਈ, ਉਹਨਾਂ ਨੇ ਤੌਬਾ ਨਹੀਂ ਕੀਤੀ। ਸ਼ਾਇਦ ਉਹਨਾਂ ਦਾ ਪਾਪ ਜਨਾਹਕਾਰੀ ਦੇ ਪਾਪ ਜਿੰਨਾ ਸਪਸ਼ਟ, ਬੁਰਾ ਅਤੇ ਘਿਰਨਾਜਨਕ ਨਹੀਂ ਸੀ, ਜਿਸ ਦੀ ਉਹ ਔਰਤ ਦੋਸ਼ੀ ਸੀ, ਪਰ ਉਹਨਾਂ ਦਾ ਪਾਪ ਕਾਲਾ ਅਤੇ ਬਹੁਤ ਹੀ ਜ਼ਿਆਦਾ ਪਾਪ ਸੀ। ਤੁਸੀਂ ਵੇਖੋ, ਤੁਸੀਂ ਬਾਹਰੀ ਰੂਪ ਤੋਂ ਚੰਗੇ ਬਣ ਕੇ ਸਵਰਗ ਵਿੱਚ ਨਹੀਂ ਜਾ ਸਕਦੇ, ਨਾ ਹੀ ਤੁਸੀਂ ਸਵਰਗ ਵਿੱਚ ਜਾਣ ਲਈ ਬਾਹਰੋਂ ਅਤੇ ਅੰਦਰੋਂ ਇੰਨੇ ਚੰਗੇ ਬਣ ਸਕਦੇ ਹੋ। ਤੁਸੀਂ ਯਿਸੂ ਮਸੀਹ ਦੀ ਮਾਫੀ ਨੂੰ ਸਵੀਕਾਰ ਕਰਕੇ ਹੀ ਸਵਰਗ ਵਿੱਚ ਜਾ ਸਕਦੇ ਹੋ। ਇੱਥੇ ਇੱਕ ਔਰਤ ਸੀ ਜਿਹੜੀ ਜਨਾਹਕਾਰੀ 'ਚ ਫੜੀ ਗਈ ਸੀ। ਸਿਰਫ ਇੱਕੋ ਹੀ ਗੱਲ ਜੋ ਉਸ ਬਾਰੇ ਮਾਇਨਾ ਰੱਖਦੀ ਸੀ, ਜਦੋਂ ਉਹ ਸਵਰਗ ਦੇ ਫਾਟਕਾਂ ਅੰਦਰ ਵੜੀ, ਉਹ ਇਹ ਨਹੀਂ ਸੀ ਕਿ ਉਹ ਜਨਾਹਕਾਰ ਸੀ, ਪਰ ਇਹ ਸੀ ਕਿ ਉਹ ਯਿਸੂ ਨਾਲ ਮਿਲੀ ਸੀ ਅਤੇ ਉਸ ਨੇ ਉਸ ਦੀ ਮਾਫੀ ਨੂੰ ਸਵੀਕਾਰ ਕੀਤਾ ਸੀ। ਇੱਥੇ ਉਹ ਸਾਰੇ ਲੋਕ ਸਨ ਜਿਹੜੇ ਬਾਹਰੋਂ ਤਾਂ ਧਾਰਮਿਕ ਸਨ, ਪਰ ਉਹਨਾਂ ਨੇ ਯਿਸੂ ਨੂੰ ਕਬੂਲ ਨਹੀਂ ਕੀਤਾ ਅਤੇ ਯਿਸੂ ਲਈ ਉਹਨਾਂ ਦਾ ਧਰਮ ਕੋਈ ਮਾਇਨਾ ਨਹੀਂ ਰੱਖਦਾ ਸੀ। ਕੀ ਤੁਹਾਨੂੰ ਨਵੇਂ ਨੇਮ ਦੀ ਉਹ ਕਹਾਣੀ ਯਾਦ ਹੈ ਕਿ ਅੰਤ ਦੇ ਦਿਨਾਂ ਵਿੱਚ ਕਈ ਆਉਣਗੇ ਅਤੇ ਕਹਿਣਗੇ, ਪ੍ਰਭੂ, ਕੀ ਅਸੀਂ ਤੇਰਾ ਨਾਮ ਲੈ ਕੇ ਚਮਤਕਾਰ ਨਹੀਂ ਕੀਤੇ? ਅਤੇ ਯਿਸੂ ਕਹੇਗਾ, ਮੇਰੇ ਕੋਲੋਂ ਦੂਰ ਚਲੇ ਜਾਓ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ। ਮੇਰੇ ਦੋਸਤੋ, ਜੇ ਤੁਸੀਂ ਸੋਚਦੇ ਹੋ ਕਿ ਗਿਰਜੇ ਜਾਣ ਨਾਲ ਤੁਹਾਨੂੰ ਸਵਰਗ ਵਿੱਚ ਜਗ੍ਹਾ ਮਿਲ ਜਾਵੇਗੀ, ਤਾਂ ਤੁਸੀਂ ਗਲਤੀ ਕਰ ਰਹੇ ਹੋ। ਕੋਈ ਵੱਡਾ ਗਿਰਜਾ, ਕੋਈ ਵੱਡੀ ਇਬਾਦਤਖਾਨਾ, ਕੋਈ ਵੱਡੀ ਕਲੀਸਿਆ ਜਿਸ ਵਿੱਚ ਤੁਸੀਂ ਕਦੀ ਵੀ ਜਾ ਸਕਦੇ ਹੋ ਅਤੇ ਉਸ ਵਿੱਚ ਜਾਣ ਨਾਲ ਤੁਹਾਨੂੰ ਸਵਰਗ ਵਿੱਚ ਜਾਣ ਦਾ ਫਾਇਦਾ ਮਿਲ ਸਕਦਾ ਹੈ। ਸਵਰਗ ਨੂੰ ਜਾਣ ਦਾ ਸਿਰਫ ਇੱਕੋ ਇੱਕ ਤਰੀਕਾ ਹੈ ਅਤੇ ਉਹ ਹੈ ਸਿਰਫ ਯਿਸੂ ਮਸੀਹ ਰਾਹੀਂ। ਉਸ ਤੇ ਵਿਸ਼ਵਾਸ ਕਰਕੇ ਹੀ ਤੁਸੀਂ ਸਵਰਗ ਵਿੱਚ ਜਾ ਸਕਦੇ ਹੋ। ਕੋਈ ਕਹੇਗਾ, ਇਹ ਜਨਾਹਕਾਰ ਔਰਤ ਸਵਰਗ ਵਿੱਚ ਕਿਵੇਂ ਜਾ ਸਕਦੀ ਹੈ? ਮੈਂ ਤੁਹਾਨੂੰ ਦੱਸਦਾ ਹਾਂ, ਕੋਈ ਵੀ ਅਜਿਹਾ ਖਾਸ ਪਾਪ ਨਹੀਂ ਹੈ ਜੋ ਤੁਹਾਨੂੰ ਸਵਰਗ ਵਿੱਚੋਂ ਬਾਹਰ ਰੱਖੇਗਾ। ਤੁਸੀਂ ਵੇਖੋ, ਲੋਕ ਸੋਚਦੇ ਹਨ ਕਿ ਅਸੀਂ ਸਵਰਗ ਵਿੱਚ ਇਸ ਲਈ ਜਾਵਾਂਗੇ ਕਿਉਂਕਿ ਅਸੀਂ ਪਾਪ ਨਹੀਂ ਕਰਦੇ, ਅਤੇ ਅਸੀਂ ਨਰਕ ਵਿੱਚ ਇਸ ਲਈ ਜਾਵਾਂਗੇ ਕਿਉਂਕਿ ਅਸੀਂ ਪਾਪ ਕਰਦੇ ਹਾਂ। ਤੁਸੀਂ ਨਰਕ ਵਿੱਚ ਇਸ ਲਈ ਜਾਂਦੇ ਹੋ ਕਿਉਂਕਿ ਤੁਹਾਡੇ ਅੰਦਰ ਪੁਰਾਣਾ ਸੁਭਾਅ ਹੈ। ਪਾਪ ਉਸ ਦਾ ਸਬੂਤ ਹੈ ਕਿ ਤੁਸੀਂ ਉੱਥੇ ਦੇ ਹੋ, ਅਤੇ ਜਦ ਤੱਕ ਤੁਸੀਂ ਬਚਾਏ ਨਹੀਂ ਜਾਂਦੇ ਅਤੇ ਨਵਾਂ ਜਨਮ ਨਹੀਂ ਪਾਉਂਦੇ, ਤੁਸੀਂ ਸਵਰਗ ਵਿੱਚ ਨਹੀਂ ਜਾ ਸਕਦੇ। ਸਵਰਗ ਉਹਨਾਂ ਲੋਕਾਂ ਦੀ ਥਾਂ ਨਹੀਂ ਹੈ ਜਿਹੜੇ ਕੋਈ ਵੀ ਗਲਤੀ ਨਹੀਂ ਕਰਦੇ। ਸਵਰਗ ਉਹਨਾਂ ਲੋਕਾਂ ਦੀ ਥਾਂ ਹੈ ਜਿਹੜੇ ਜਾਣਦੇ ਹਨ ਕਿ ਉਹਨਾਂ ਨੇ ਗਲਤੀ ਕੀਤੀ ਅਤੇ ਪ੍ਰਭੂ ਯਿਸੂ ਮਸੀਹ ਕੋਲੋਂ ਮਾਫੀ ਮੰਗ ਲੈਂਦੇ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਉਸ ਦਾ ਲਹੂ ਲਗਾ ਸਕਣ। ਇਸ ਲਈ ਕਿਸੇ ਨੂੰ ਤੁਹਾਨੂੰ ਇਹ ਨਾ ਕਹਿਣ ਦਿਓ ਕਿ ਕੋਈ ਖਾਸ ਪਾਪ ਤੁਹਾਨੂੰ ਸਵਰਗ ਵਿੱਚੋਂ ਬਾਹਰ ਰੱਖੇਗਾ। ਹਾਲ ਹੀ ਵਿੱਚ ਮੈਂ ਕਿਤੇ ਪ੍ਰਚਾਰ ਕਰ ਰਿਹਾ ਸੀ ਅਤੇ ਕਿਸੇ ਨੇ ਮੇਰੇ ਕੋਲ ਆ ਕੇ ਮੈਨੂੰ ਕਿਹਾ, ਮੇਰੇ ਪੁੱਤਰ ਨੇ ਖੁਦਕਸ਼ੀ ਕਰ ਲਈ ਹੈ। ਕੀ ਇਸ ਦਾ ਮਤਲਬ ਹੈ ਉਹ ਨਰਕ ਵਿੱਚ ਜਾਵੇਗਾ? ਮੈਂ ਕਿਹਾ, ਮੈਂ ਨਹੀਂ ਜਾਣਦਾ। ਖੁਦਕਸ਼ੀ ਦਾ ਇਸ ਨਾਲ ਕੋਈ ਲੈਣ ਦੇਣਾ ਨਹੀਂ ਹੈ। ਉਹ ਨਰਕ ਵਿੱਚ ਜਾਵੇਗਾ ਜਾਂ ਨਹੀਂ, ਮੈਂ ਤੇਰੇ ਕੋਲੋਂ ਇੱਕ ਸਵਾਲ ਪੁੱਛਦਾ ਹਾਂ, ਕਿ ਉਸਨੇ ਯਿਸੂ ਮਸੀਹ ਨੂੰ ਜਾਣਿਆ ਸੀ? ਅਤੇ ਉਸਨੇ ਕਿਹਾ, ਹਾਂ। ਜਦੋਂ ਉਹ ਇੱਕ ਜਵਾਨ ਮੁੰਡਾ ਹੀ ਸੀ, ਉਸਨੇ ਮਸੀਹ ਨੂੰ ਕਬੂਲ ਕੀਤਾ ਸੀ। ਉਹ ਬਹੁਤ ਭਿਆਨਕ ਚੀਜ਼ਾਂ ਵਿੱਚੋਂ ਗੁਜ਼ਰਿਆ ਸੀ। ਕਿਸੇ ਮਾਨਸਿਕ ਤਣਾਅ ਅਤੇ ਕਮਜ਼ੋਰੀ ਦੇ ਪਲ ਵਿੱਚ ਉਸਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਖੈਰ, ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਲਿਆਂਦਾ ਗਿਆ ਸੀ, ਕਿਉਂਕਿ ਤੁਸੀਂ ਸਵਰਗ ਜਾਂ ਨਰਕ ਵਿੱਚ ਇਸ ਆਧਾਰ ਤੇ ਨਹੀਂ ਜਾਂਦੇ ਕਿ ਤੁਸੀਂ ਆਪਣੀ ਜ਼ਿੰਦਗੀ ਆਪ ਖਤਮ ਕੀਤੀ ਜਾਂ ਨਹੀਂ। ਮੈਂ ਲੋਕਾਂ ਨੂੰ ਦੱਸਣਾ ਪਸੰਦ ਕਰਦਾ ਹਾਂ ਕਿ ਉਹਨਾਂ ਨੂੰ ਖੁਦਕੁਸ਼ੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਕਿਉਂਕਿ ਇਹ ਕਰਨ ਤੋਂ ਬਾਅਦ ਪਹਿਲਾ ਵਿਅਕਤੀ ਜੋ ਤੁਸੀਂ ਵੇਖਣਾ ਹੁੰਦਾ ਹੈ, ਉਹ ਪਹਿਲਾ ਵਿਅਕਤੀ ਨਹੀਂ ਹੁੰਦਾ ਜਿਸ ਨੂੰ ਤੁਸੀਂ ਇੱਕ ਮਸੀਹ ਹੋਣ ਦੇ ਨਾਤੇ ਵੇਖਣਾ ਚਾਹੁੰਦੇ ਹੋ। ਜ਼ਿੰਦਗੀ ਬਹੁਤ ਕੀਮਤੀ ਹੈ। ਤੁਹਾਡੇ ਵਿੱਚੋਂ ਕੁਝ ਲੋਕ ਜੋ ਅੱਜ ਮੈਨੂੰ ਸੁਣ ਰਹੇ ਹਨ ਸ਼ਾਇਦ ਸੋਚਣਗੇ, ਮੈਂ ਉਸ ਬਾਰੇ ਸੋਚ ਰਿਹਾ ਹਾਂ। ਇਹ ਨਾ ਸੋਚੋ, ਵਿਸ਼ਵਾਸੀਆਂ ਲਈ ਇਹ ਇੱਕ ਵਿਕਲਪ ਨਹੀਂ ਹੈ, ਪਰ ਇਹ ਸਭ ਕਹਿ ਕੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੀ ਖਾਸ ਪਾਪ ਨਹੀਂ ਜੋ ਤੁਹਾਨੂੰ ਸਵਰਗ ਵਿੱਚੋਂ ਬਾਹਰ ਰੱਖਦਾ ਹੈ। ਭਾਗ ਈੜੀ, ਪਰਮੇਸ਼ਰ ਸਭ ਤੋਂ ਬੁਰੇ ਨੂੰ ਲੈ ਕੇ ਇਸ ਨੂੰ ਬਿਹਤਰੀਨ ਵਿੱਚ ਬਦਲਣਾ ਪਸੰਦ ਕਰਦਾ ਹੈ। ਆਖਰ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਸਭ ਤੋਂ ਬੁਰੇ ਨੂੰ ਲੈ ਕੇ ਇਸ ਨੂੰ ਬਿਹਤਰੀਨ ਵਿੱਚ ਬਦਲਣਾ ਪਸੰਦ ਕਰਦਾ ਹੈ। ਕੀ ਤੁਸੀਂ ਇਸ ਤੇ ਧਿਆਨ ਦਿੱਤਾ ਹੈ? ਉਹ ਟੁੱਟੀਆਂ ਚੀਜ਼ਾਂ ਨੂੰ ਲੈਂਦਾ ਹੈ ਅਤੇ ਉਹਨਾਂ ਨੂੰ ਫਿਰ ਨਵਾਂ ਬਣਾ ਦਿੰਦਾ ਹੈ।
ਇਹਨਾਂ ਸਾਰੇ ਲੋਕਾਂ ਦੀ ਸੂਚੀ ਜਿਨ੍ਹਾਂ ਦੇ ਬਾਰੇ ਅਸੀਂ ਹੁਣ ਤੱਕ ਗੱਲ ਕਰਦੇ ਆ ਰਹੇ ਹਾਂ, ਜਦੋਂ ਤੋਂ ਅਸੀਂ ਇਹ ਸੰਦੇਸ਼ ਦੀ ਲੜੀ ਸ਼ੁਰੂ ਕੀਤੀ ਹੈ, ਮੈਨੂੰ ਇੰਜ ਜਾਪਦਾ ਹੈ ਕਿ ਇਹਨਾਂ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਉਲਝੀਆਂ ਹੋਈਆਂ ਸਨ। ਉਹਨਾਂ ਵਿੱਚੋਂ ਕੁਝ ਇੰਨੇ ਧਾਰਮਿਕ ਸਨ ਕਿ ਉਹ ਇਹ ਨਹੀਂ ਸਮਝ ਸਕੇ ਕਿ ਕੀ ਹੋ ਰਿਹਾ ਹੈ। ਉਹਨਾਂ ਵਿੱਚੋਂ ਕੁਝ ਇੰਨੇ ਅਮੀਰ ਸਨ ਕਿ ਉਹ ਇਹ ਨਹੀਂ ਸਮਝ ਸਕੇ ਕਿ ਕੀ ਹੋ ਰਿਹਾ ਹੈ। ਉਹਨਾਂ ਵਿੱਚੋਂ ਕਈ ਇੰਨੇ ਭਿਆਨਕ ਸਨ, ਉਹ ਵੀ ਨਹੀਂ ਸਮਝ ਸਕੇ ਕਿ ਕੀ ਹੋ ਰਿਹਾ ਹੈ। ਉਹ ਸਾਰੇ ਉਲਝਣ ਵਿੱਚ ਸਨ। ਪਰਮੇਸ਼ਰ ਉਲਝੇ ਹੋਏ ਲੋਕਾਂ ਨੂੰ ਲੈ ਕੇ ਉਹਨਾਂ ਨੂੰ ਅੰਦਰੋਂ ਸਿੱਧ ਕਰਨਾ ਪਸੰਦ ਕਰਦਾ ਹੈ। ਇਹ ਉਸ ਦੀ ਖਾਸੀਅਤ ਹੈ। ਤੁਸੀਂ ਸੋਚੋ, ਪਾਸਟਰ ਜ਼ਰਮੀਆ, ਮੇਰੀ ਪਤਨੀ ਸੱਚਮੁੱਚ ਉਲਝੀ ਹੋਈ ਹੈ। ਮੈਂ ਨਹੀਂ ਸੋਚਦਾ ਪਰਮੇਸ਼ਰ ਉਸ ਦੀ ਮਦਦ ਕਰ ਸਕਦਾ ਹੈ। ਮੇਰੇ ਦੋਸਤੋ, ਕੋਈ ਵੀ ਅਜਿਹੀ ਚੀਜ਼ ਨਹੀਂ ਕਿ ਪਰਮੇਸ਼ਰ ਮਦਦ ਨਾ ਕਰ ਸਕੇ। ਇਹ ਕਰਨਾ ਪਰਮੇਸ਼ਰ ਦੀ ਖਾਸੀਅਤ ਹੈ। ਮੈਂ ਹਾਲ ਹੀ ਵਿੱਚ ਹੈਰੀ ਆਰੀਅਨਸੈਡ ਬਾਰੇ ਰੈਡਮ ਰਿਸਮ ਨਾਂ ਦੀ ਕਿਤਾਬ ਵਿੱਚ ਇੱਕ ਕਹਾਣੀ ਪੜ੍ਹੀ, ਜੋ ਇੱਕ ਪੀੜ੍ਹੀ ਦਾ ਅਨੋਖਾ ਪ੍ਰਚਾਰਕ ਸੀ। ਉਸ ਨੇ ਕਿਹਾ ਉਸ ਦੀ ਸ਼ੁਰੂਆਤੀ ਸੇਵਕਾਈ ਵਿੱਚ ਉਹ ਸੈਨ ਫਰਾਂਸਿਸਕੋ ਵਿੱਚ ਸੁਸਮਾਚਾਰ ਪ੍ਰਚਾਰ ਕਰ ਰਿਹਾ ਸੀ ਅਤੇ ਇੱਕ ਐਤਵਾਰ ਨੂੰ ਉਹ ਸ਼ਹਿਰ ਵਿੱਚੋਂ ਗੁਜ਼ਰ ਰਿਹਾ ਸੀ। ਉਸ ਨੇ ਵੇਖਿਆ ਕਿ ਮੁਕਤੀ ਫੌਜ ਦਾ ਇੱਕ ਸਮੂਹ, ਕੁਝ ਸੇਵਕ ਇੱਕ ਕੋਨੇ ਵਿੱਚ ਬੰਦਗੀ ਕਰ ਰਹੇ ਸਨ। ਉਹ ਸ਼ਾਇਦ ਲਗਭਗ 60 ਜਣੇ ਸਨ। ਜਦੋਂ ਉਹਨਾਂ ਨੇ ਉਸ ਨੂੰ ਵੇਖਿਆ, ਉਹਨਾਂ ਉਸ ਨੂੰ ਪਹਿਚਾਣ ਲਿਆ ਅਤੇ ਉਹਨਾਂ ਉਸ ਨੂੰ ਆ ਕੇ ਆਪਣੀ ਗਵਾਹੀ ਦੇਣ ਲਈ ਕਿਹਾ। ਸੋ ਉਸ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਗਵਾਹੀ ਦਿੱਤੀ ਕਿ ਕਿਵੇਂ ਪਰਮੇਸ਼ਰ ਨੇ ਉਸ ਨੂੰ ਬਚਾਇਆ ਅਤੇ ਯਿਸੂ ਮਸੀਹ ਵਿੱਚ ਵਿਸ਼ਵਾਸ ਕਰ ਰਹੀ ਪਰਮੇਸ਼ਰ ਨਾਲ ਇੱਕ ਅਨੋਖਾ ਰਿਸ਼ਤੇ ਵਿੱਚ ਲਿਆਂਦਾ। ਜਦੋਂ ਉਹ ਬੋਲ ਰਿਹਾ ਸੀ, ਡਾਕਟਰ ਆਰੀਅਨਸੈਡ ਨੇ ਵੇਖਿਆ ਕਿ ਭੀੜ ਦੇ ਇੱਕ ਸਿਰੇ ਤੇ ਇੱਕ ਸੱਜਣ ਬੈਠਾ ਹੋਇਆ ਸੀ, ਜਿਸ ਨੇ ਬਹੁਤ ਹੀ ਵਧੀਆ ਪਹਿਰਾਵਾ ਪਹਿਨਿਆ ਹੋਇਆ ਸੀ। ਉਸ ਨੇ ਆਪਣੀ ਜੇਬ ਵਿੱਚੋਂ ਇੱਕ ਕਾਰਡ ਕੱਢਿਆ, ਉਸ ਤੇ ਕੁਝ ਲਿਖਿਆ ਅਤੇ ਜਦੋਂ ਆਰੀਅਨਸੈਡ ਨੇ ਆਪਣੀ ਗੱਲ ਖਤਮ ਕੀਤੀ, ਇਹ ਸੱਜਣ ਅੱਗੇ ਆਇਆ ਅਤੇ ਉਸ ਨੇ ਇਹ ਕਾਰਡ ਦਿੱਤਾ। ਇਸ ਕਾਰਡ ਦੇ ਇੱਕ ਪਾਸੇ ਉਸ ਸੱਜਣ ਦਾ ਨਾਮ ਲਿਖਿਆ ਹੋਇਆ ਸੀ ਅਤੇ ਦੂਜੇ ਪਾਸੇ ਇੱਕ ਸੱਦਾ ਸੀ। ਇਸ ਸੱਜਣ ਦਾ ਨਾਮ ਪੜ੍ਹ ਕੇ ਹੈਰੀ ਆਰੀਅਨਸੈਡ ਹੈਰਾਨ ਹੋ ਗਿਆ। ਉਹ ਇੱਕ ਪ੍ਰਸਿੱਧ ਸਮਾਜਵਾਦੀ ਅਤੇ ਮਸੀਹਤ ਦਾ ਇੱਕ ਪ੍ਰਸਿੱਧ ਆਲੋਚਕ ਸੀ, ਇੱਕ ਪ੍ਰਸ਼ਕਤ ਅਗਿਆਨਵਾਦੀ ਸੀ, ਜਿਸ ਨੇ ਹਰ ਤਰੀਕੇ ਨਾਲ ਮਸੀਹੀ ਵਿਸ਼ਵਾਸ ਦੀ ਆਲੋਚਨਾ ਕੀਤੀ ਸੀ। ਸੱਦਾ ਜੋ ਆਰੀਅਨਸੈਡ ਨੂੰ ਦਿੱਤਾ ਗਿਆ ਸੀ ਉਹ ਇਹ ਸੀ, ਸ਼੍ਰੀਮਾਨ, ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਤੁਸੀਂ ਅਗਲੇ ਐਤਵਾਰ ਠੀਕ ਦੁਪਹਿਰੇ 4 ਵਜੇ ਸਾਇੰਸ ਹਾਲ ਦੇ ਅਕੈਡਮੀ ਵਿੱਚ ਆ ਕੇ ਇਸ ਸਵਾਲ ਤੇ ਮੇਰੇ ਨਾਲ ਬਹਿਸ ਕਰੋ, ਅਗਿਆਨਵਾਦ ਵਿਰੁੱਧ ਮਸੀਹਤ। ਆਰੀਅਨਸੈਡ ਨੇ ਉੱਠ ਕੇ ਇਹ ਨੋਟ ਸਾਰੇ ਸਮੂਹ ਲਈ ਪੜ੍ਹਿਆ ਜੋ ਇੱਕ ਕੋਨੇ ਵਿੱਚ ਇਕੱਠਾ ਹੋਇਆ ਸੀ ਅਤੇ ਉਸ ਨੇ ਉਹਨਾਂ ਨੂੰ ਕਿਹਾ ਕਿ ਅਗਲੇ ਐਤਵਾਰ ਦੁਪਹਿਰੇ 3 ਵਜੇ ਉਸ ਨੇ ਇੱਕ ਬੰਦਗੀ ਕਰਨੀ ਹੈ, ਪਰ ਸ਼ਾਇਦ ਹੀ ਉਹ ਦੁਪਹਿਰੇ 4 ਵਜੇ ਵਾਲੀ ਮੀਟਿੰਗ ਲਈ ਆ ਸਕੇ ਅਤੇ ਜੇ ਇਹ ਬਹੁਤ ਜ਼ਰੂਰੀ ਹੈ ਤਾਂ ਉਹ 3 ਵਜੇ ਵਾਲੀ ਬੰਦਗੀ ਵਿੱਚ ਕਿਸੇ ਹੋਰ ਨੂੰ ਭੇਜ ਦੇਵੇਗਾ। ਅਤੇ ਉਹ ਸਾਇੰਸ ਦੀ ਅਕੈਡਮੀ ਵਿੱਚ ਚਲਾ ਗਿਆ। ਪਰ ਉਸ ਨੇ ਅਗਿਆਨਵਾਦੀ ਨੂੰ ਕਿਹਾ, ਸ਼੍ਰੀਮਾਨ, ਮੈਂ ਇੱਕ ਸ਼ਰਤ ਤੇ ਆਵਾਂਗਾ ਅਤੇ ਉਹ ਸ਼ਰਤ ਇਹ ਹੈ ਕਿ ਤੁਸੀਂ ਆਪਣੇ ਨਾਲ 2 ਲੋਕਾਂ ਨੂੰ ਲੈ ਕੇ ਆਇਓ ਜਿਨ੍ਹਾਂ ਦੀ ਜ਼ਿੰਦਗੀਆਂ ਅਗਿਆਨਵਾਦ ਨਾਲ ਰਾਹੀਂ ਮੁਕੰਮਲ ਤੌਰ ਤੇ ਬਦਲ ਚੁੱਕੀਆਂ ਹਨ। ਉਸ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਕੋਈ ਅਜਿਹਾ ਬੰਦਾ ਲੱਭੋ ਜਿਸ ਨੂੰ ਤੁਸੀਂ ਸਮਝਦੇ ਹੋ ਕਿ ਉਹ ਬਹੁਤ ਬੁਰਾ ਸੀ ਜਾਂ ਇੱਕ ਕਿਸਮ ਦਾ ਅਪਰਾਧੀ ਜਿਹੜਾ ਤੁਹਾਨੂੰ ਸੁਣਨ ਲਈ ਆਇਆ ਤੇ ਤੁਹਾਨੂੰ ਬੋਲਦਿਆਂ ਸੁਣ ਕੇ ਅਗਿਆਨਵਾਦੀ ਬਣ ਗਿਆ ਅਤੇ ਉਸ ਦੀ ਜ਼ਿੰਦਗੀ ਮੁਕੰਮਲ ਤੌਰ ਤੇ ਬਦਲ ਗਈ। ਅਤੇ ਫਿਰ ਉਸ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਕੋਈ ਅਜਿਹੀ ਔਰਤ ਲੱਭੋ ਜਿਹੜੀ ਜਨਾਹਕਾਰ ਹੋਵੇ ਜਾਂ ਤੁਹਾਡੇ ਮੁਤਾਬਕ ਉਸਨੇ ਕੋਈ ਸਮਾਜਿਕ ਕਿਸਮ ਦਾ ਪਾਪ ਕੀਤਾ ਹੋਵੇ ਅਤੇ ਉਹ ਤੁਹਾਡੇ ਅਗਿਆਨਵਾਦ ਦੇ ਲੈਕਚਰ ਸੁਣ ਕੇ ਆਈ ਹੋਵੇ ਅਤੇ ਉਸ ਦੀ ਜ਼ਿੰਦਗੀ ਬਦਲ ਗਈ ਹੋ ਅਤੇ ਉਹ ਅੰਦਰੋਂ ਸ਼ੁੱਧ ਹੋ ਗਈ ਹੋਵੇ। ਜੇ ਤੁਸੀਂ 2 ਜਣੇ ਲੈ ਕੇ ਆਓ ਤਾਂ ਮੈਂ ਆਪਣੇ ਨਾਲ 100 ਜਣੇ ਲੈ ਕੇ ਆਵਾਂਗਾ ਜਿਨ੍ਹਾਂ ਨੇ ਯਿਸੂ ਮਸੀਹ ਦਾ ਸ਼ੁਭ ਸਮਾਚਾਰ ਸੁਣਿਆ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ। ਉਹ ਮੁਕਤੀ ਫੌਜ ਦੇ ਇੱਕ ਵਿਅਕਤੀ ਵੱਲ ਮੁੜਿਆ ਜੋ ਕਿ ਸਵੱਬ ਨਾਲ ਇੱਕ ਔਰਤ ਸੀ ਅਤੇ ਉਸਨੇ ਕਿਹਾ, ਕੀ ਤੂੰ ਸੋਚਦੀ ਹੈ ਕਿ ਤੂੰ ਆਪਣੇ ਨਾਲ ਕੁਝ ਜਣੇ ਲਿਆ ਸਕਦੀ ਹੈ? ਅਤੇ ਉਸ ਔਰਤ ਨੇ ਕਿਹਾ, ਮੇਰੇ ਕੋਲ ਘੱਟੋ ਘੱਟ ਇੱਥੇ 40 ਜਣੇ ਹਨ। ਮੈਂ 100 ਜਣੇ ਲਿਆਵਾਂਗੀ ਜਿਹੜੇ ਆਪਣੇ ਪੈਰਾਂ ਤੇ ਖਲੋ ਕੇ ਇਸ ਗੱਲ ਦੀ ਗਵਾਹੀ ਦੇਣਗੇ ਕਿ ਯਿਸੂ ਮਸੀਹ ਨੇ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਦਿੱਤੀਆਂ। ਅਗਿਆਨਵਾਦੀ ਨੇ ਸਪਸ਼ਟ ਤੌਰ ਤੇ ਮਜ਼ਾਕ ਕੀਤਾ। ਉਸਨੇ ਮਜ਼ਾਕੀਏ ਢੰਗ ਨਾਲ ਆਪਣੇ ਹੱਥ ਜੋੜੇ ਅਤੇ ਕਿਹਾ, ਮੈਂ ਹਾਰ ਗਿਆ, ਮੈਂ ਇਹ ਸਭ ਨਹੀਂ ਕਰ ਸਕਦਾ ਅਤੇ ਉਹ ਉੱਥੋਂ ਭੀੜ ਵਿੱਚੋਂ ਨਿਕਲ ਗਿਆ। ਕੀ ਯਿਸੂ ਇਹ ਨਹੀਂ ਕਰਦਾ? ਸਿਰਫ ਉਹੀ ਇੱਕ ਹੈ ਜਿਹੜਾ ਜ਼ਿੰਦਗੀ ਨੂੰ ਬਦਲ ਸਕਦਾ ਹੈ। ਕੀ ਤੁਹਾਨੂੰ ਪੌਲ ਉਜਾਗਰ ਦੇ ਸ਼ਬਦ ਯਾਦ ਹਨ?
ਸਿਰਫ ਪਰਮੇਸ਼ਰ ਹੀ ਦਿਲ ਨੂੰ ਬਦਲ ਸਕਦਾ ਹੈ। ਮੈਂ ਇਸ ਬਾਰੇ ਬਾਰ-ਬਾਰ ਸੋਚਦਾ ਰਹਿੰਦਾ ਹਾਂ। ਸਿਰਫ ਪਰਮੇਸ਼ਰ ਹੀ ਦਿਲ ਨੂੰ ਬਦਲ ਸਕਦਾ ਹੈ। ਪਰਮੇਸ਼ਰ ਤੁਹਾਡੇ ਦਿਲ ਨੂੰ ਬਦਲ ਸਕਦਾ ਹੈ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਤੁਸੀਂ ਕੀ ਕੀਤਾ ਹੈ ਜਾਂ ਤੁਸੀਂ ਕਿੱਥੇ ਦੇ ਹੋ ਜਾਂ ਤੁਹਾਡਾ ਸੰਬੰਧ ਕਿਹੋ ਜਿਹਾ ਹੈ। ਤੁਹਾਨੂੰ ਘੇਰਨ ਲਈ ਯਿਸੂ ਮਸੀਹ ਦੀ ਅਨੋਖੀ ਕਿਰਪਾ ਹੀ ਕਾਫੀ ਹੈ ਅਤੇ ਇਹ ਇੰਨੀ ਜ਼ਿਆਦਾ ਹੈ ਕਿ ਪਾਪ ਨੂੰ ਮਿਟਾ ਦਿੰਦੀ ਹੈ। ਇਹ ਕਰਦਾ ਹੈ ਯਿਸੂ। ਅਸੀਂ ਥੋੜੇ ਸਮੇਂ ਪਹਿਲਾਂ ਬਲਟੀਮੋਰ ਵਿੱਚ ਸੀ। ਵੀਰਵਾਰ ਦੀ ਰਾਤ ਨੂੰ ਸ਼ਹਿਰ ਦੇ ਕਿਨਾਰੇ ਇੱਕ ਗਿਰਜੇ ਵਿੱਚ ਬਹੁਤ ਹੀ ਵਧੀਆ ਬੰਦਗੀ ਹੋਈ। ਇਹ ਬੰਦਗੀ ਬਹੁਤ ਹੀ ਵਧੀਆ ਸੀ ਅਤੇ ਅਸੀਂ ਇੱਕ ਸੱਦਾ ਦਿੱਤਾ। ਮੈਨੂੰ ਯਾਦ ਹੈ ਕਿਉਂਕਿ ਇਹ ਬੰਦਗੀ ਇੱਕ ਆਡੀਟੋਰੀਅਮ ਵਿੱਚ ਸੀ ਅਤੇ ਉਹਨਾਂ ਨੇ ਇਸ ਆਡੀਟੋਰੀਅਮ ਨੂੰ ਹੀ ਗਿਰਜਾ ਬਣਾਇਆ ਹੋਇਆ ਸੀ। ਆਡੀਟੋਰੀਅਮ ਵਿੱਚ ਮੰਚ ਸੀ ਪਰ ਪੌੜੀਆਂ ਨਹੀਂ ਸਨ। ਅਸੀਂ ਬੰਦਗੀ ਦੇ ਅਖੀਰ ਤੇ ਉਹਨਾਂ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੂੰ ਮਸੀਹ ਦੀ ਲੋੜ ਹੈ ਅਤੇ ਬਹੁਤ ਸਾਰੇ ਲੋਕ ਅੱਗੇ ਆਏ ਅਤੇ ਉਹ ਗੋਡਿਆਂ ਭਾਰ ਨਹੀਂ ਹੋ ਸਕੇ ਕਿਉਂਕਿ ਮੰਚ ਬਹੁਤ ਉੱਚਾ ਸੀ। ਇਸ ਲਈ ਉਹ ਉੱਥੇ ਹੀ ਖੜੇ ਰਹੇ, ਇੱਕ ਕਿਸਮ ਦੀਆਂ ਆਪਣੀਆਂ ਅਰਕਾਂ ਨੂੰ ਮੰਚ ਨਾਲ ਲੱਗ ਕੇ ਉਹ ਦੁਆ ਕਰਨ ਲੱਗੇ ਅਤੇ ਉਹਨਾਂ ਸਾਰਿਆਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਅਤੇ ਅਸੀਂ ਉਹਨਾਂ ਨਾਲ ਮਿਲ ਕੇ ਦੁਆ ਕੀਤੀ। ਅਸੀਂ ਸਾਰੀਆਂ ਮੰਡਲੀਆਂ ਨੂੰ ਸਾਡੀ ਮਦਦ ਕਰਨ ਲਈ ਆਖਿਆ ਅਤੇ ਅਸੀਂ ਪਾਪੀਆਂ ਵਾਲੀ ਦੁਆ ਕੀਤੀ ਅਤੇ ਉਹਨਾਂ ਨੇ ਯਿਸੂ ਮਸੀਹ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਕੀਤਾ। ਪਰ ਇੱਕ ਗੱਲ ਜਿਸ ਨੂੰ ਮੈਂ ਅਗਲੇ ਦਿਨ ਤੱਕ ਨਹੀਂ ਜਾਣਿਆ ਉਹ ਇਹ ਸੀ ਕਿ ਅਫਰੀਕਨ ਅਮਰੀਕਨ ਬੰਦਿਆਂ ਵਿੱਚੋਂ ਇੱਕ ਜਣਾ ਇਹੋ ਜਿਹਾ ਵੀ ਸੀ ਜਿਸ ਨੇ ਉਸ ਰਾਤ ਆਪਣਾ ਦਿਲ ਪ੍ਰਭੂ ਨੂੰ ਦਿੱਤਾ। ਉਸ ਦੀ ਪਤਨੀ ਕਾਫੀ ਹਫ਼ਤਿਆਂ ਤੋਂ ਉਸ ਲਈ ਦੁਆ ਕਰ ਰਹੀ ਸੀ। ਉਹਨਾਂ ਦਾ ਰਿਸ਼ਤਾ ਉਸ ਬੰਦੇ ਦੇ ਜੀਵਨ ਸ਼ੈਲੀ ਅਤੇ ਉਸ ਦੇ ਪਾਪ ਕਾਰਨ ਇੰਨਾ ਵਿਗੜ ਚੁੱਕਾ ਸੀ ਕਿ ਉਸ ਦੀ ਪਤਨੀ ਨੂੰ ਉਸ ਨੂੰ ਛੱਡਣਾ ਪਿਆ। ਉਹ ਇਕੱਠੇ ਨਹੀਂ ਰਹਿ ਰਹੇ ਸਨ ਅਤੇ ਨਾ ਹੀ ਇੱਕ ਦੂਜੇ ਨਾਲ ਬਹੁਤੀ ਗੱਲਬਾਤ ਕਰਦੇ ਸਨ, ਪਰ ਉਹਦੀ ਪਤਨੀ ਉਸ ਲਈ ਦੁਆ ਕਰਦੀ ਰਹੀ। ਉਹ ਉਸ ਰਾਤ ਬੰਦਗੀ ਵਿੱਚ ਕਿਵੇਂ ਆਇਆ ਅਸੀਂ ਨਹੀਂ ਜਾਣਦੇ, ਉਹ ਕਿਉਂ ਆਇਆ ਅਸੀਂ ਇਹ ਵੀ ਨਹੀਂ ਜਾਣਦੇ, ਪਰ ਉਸ ਨੇ ਉਸ ਰਾਤ ਬੰਦਗੀ ਵਿੱਚ ਆਪਣਾ ਦਿਲ ਯਿਸੂ ਨੂੰ ਦੇ ਦਿੱਤਾ ਅਤੇ ਉਸ ਨੇ ਰੇਡੀਓ ਸਟੇਸ਼ਨ ਤੋਂ ਸਾਡੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਜੋ ਉੱਥੇ ਸਾਡੀ ਮਦਦ ਕਰਦੇ ਹਨ। ਇਹ ਗੱਲ ਸਪਸ਼ਟ ਸੀ ਕਿ ਉਸ ਦੇ ਦਿਲ ਵਿੱਚ ਇੱਕ ਵੱਡਾ ਬਦਲਾਅ ਹੋਇਆ ਸੀ ਕਿ ਉਹ ਮਸੀਹ ਵਿੱਚ ਆ ਗਿਆ ਹੈ। ਉਸ ਸਮੇਂ ਜੋ ਅਸੀਂ ਨਹੀਂ ਜਾਣਿਆ ਅਤੇ ਨਾ ਹੀ ਉਸਨੇ ਜਾਣਿਆ ਉਹ ਇਹ ਸੀ ਕਿ ਉਸ ਦੀ ਪਤਨੀ ਬੰਦਗੀ ਵਿੱਚ ਦੇਰ ਨਾਲ ਆਈ ਸੀ ਅਤੇ ਉਹ ਆਡੀਟੋਰੀਅਮ ਦੇ ਪਿੱਛੇ ਤਿਲਕ ਗਈ ਸੀ। ਜਦੋਂ ਉਸਨੇ ਆਪਣੇ ਪਤੀ ਨੂੰ ਅੱਗੇ ਜਾਂਦੇ ਵੇਖਿਆ ਸੀ ਉਹ ਹੈਰਾਨ ਹੋ ਗਈ ਕਿ ਇਹ ਕੀ ਹੋ ਰਿਹਾ ਹੈ। ਉਹ ਉੱਥੇ ਹੀ ਖੜੀ ਰਹੀ ਜਦ ਤੱਕ ਉਸ ਨੂੰ ਇਹ ਪਤਾ ਨਹੀਂ ਲੱਗਾ ਕਿ ਪਰਮੇਸ਼ਰ ਉਸ ਦੇ ਪਤੀ ਦੀ ਜ਼ਿੰਦਗੀ ਵਿੱਚ ਦਾਖਲ ਹੋ ਗਿਆ ਹੈ ਅਤੇ ਉਸ ਦੇ ਦਿਲ ਨੂੰ ਬਦਲ ਦਿੱਤਾ ਹੈ ਅਤੇ ਉਸੇ ਦਿਨ ਉਸ ਦੇ ਪਤੀ ਦੀ ਜ਼ਿੰਦਗੀ ਬਦਲ ਗਈ ਅਤੇ ਉਸੇ ਹੀ ਰਾਤ ਉਹਨਾਂ ਦੀ ਵਿਆਹ ਵਾਲੀ ਜ਼ਿੰਦਗੀ ਵੀ ਬਦਲ ਗਈ। ਤੁਹਾਡੇ ਵਿੱਚੋਂ ਕਿੰਨੇ ਜਣੇ ਜਾਣਦੇ ਹਨ ਕਿ ਪਰਮੇਸ਼ਰ ਹਾਲੇ ਵੀ ਇਹ ਕਰ ਸਕਦਾ ਹੈ? ਪਰਮੇਸ਼ਰ ਦਾ ਕੰਮ ਜ਼ਿੰਦਗੀਆਂ ਨੂੰ ਬਦਲਣਾ ਹੈ। ਉਹ ਸਾਡੀਆਂ ਜ਼ਿੰਦਗੀਆਂ ਦੇ ਟੁੱਟੇਪਣ ਨੂੰ ਲੈ ਕੇ ਇਸ ਵਿੱਚ ਆਪਣੀ ਅਨੋਖੀ ਸਾਮਰਥ ਦਾ ਸਾਹ ਫੂਕਦਾ ਹੈ ਅਤੇ ਸਾਨੂੰ ਨਵਾਂ ਬਣਾਉਂਦਾ ਹੈ, ਪਰ ਉਹ ਕਿਸੇ ਦੀ ਜ਼ਿੰਦਗੀ ਵਿੱਚ ਜ਼ਬਰਦਸਤੀ ਨਹੀਂ ਵੜਦਾ ਅਤੇ ਨਾ ਹੀ ਵੜੇਗਾ। ਇਸ ਲਈ ਜੇ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਸੱਦਾ ਨਹੀਂ ਦਿਓਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਸ ਦੀ ਯੋਜਨਾ ਨੂੰ ਗੁਆ ਦਿਓਗੇ, ਪਰ ਜੇ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਸੱਦਾ ਦਿਓਗੇ ਉਹ ਅੱਜ ਹੀ ਆਵੇਗਾ ਅਤੇ ਤੁਹਾਨੂੰ ਬਦਲਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰੇਗਾ। ਉਹ ਆਪਣੇ ਲਹੂ ਦੀ ਸਾਮਰਥ ਨਾਲ ਤੁਹਾਨੂੰ ਇੱਕ ਨਵੀਂ ਸ੍ਰਿਸ਼ਟੀ ਬਣਾਵੇਗਾ। ਉਹ ਤੁਹਾਡੇ ਲਈ ਇਹ ਕਰੇਗਾ। ਉਹ ਜ਼ਿੰਦਗੀਆਂ ਨੂੰ ਬਦਲਣ ਦੇ ਕੰਮ ਵਿੱਚ ਲੱਗਾ ਹੋਇਆ ਹੈ ਕਿਉਂਕਿ ਤੁਸੀਂ ਵੇਖੋ ਸਿਰਫ ਪਰਮੇਸ਼ਰ ਹੀ ਦਿਲ ਨੂੰ ਬਦਲ ਸਕਦਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਜਦੋਂ ਇਹ ਇਸਤਰੀ ਜਿਹੜੀ ਕਿ ਜ਼ਿਨਾਕਾਰੀ ਦੇ ਵਿੱਚ ਫੜੀ ਗਈ ਸੀ ਅਤੇ ਪ੍ਰਭੂ ਯਿਸੂ ਜੀ ਦੇ ਕੋਲ ਲਿਆਈ ਗਈ ਸੀ ਤਾਂ ਜੋ ਉਸ ਨੂੰ ਸਜ਼ਾ ਦੇਵੇ, ਪਰ ਜਦੋਂ ਪ੍ਰਭੂ ਯਿਸੂ ਜੀ ਨੇ ਕਿਹਾ ਕਿ ਜਿਹਨੇ ਆਪਣੇ ਜੀਵਨ ਵਿੱਚ ਕਦੇ ਵੀ ਪਾਪ ਨਾ ਕੀਤਾ ਹੋਵੇ ਉਹ ਇਸ ਇਸਤਰੀ ਨੂੰ ਪਹਿਲਾ ਪੱਥਰ ਮਾਰੇ ਅਤੇ ਪ੍ਰਭੂ ਯਿਸੂ ਅਤੇ ਉਹ ਜ਼ਿਨਾਕਾਰੀ ਇਸਤਰੀ ਉੱਥੇ ਇਕੱਲੇ ਰਹਿ ਗਏ। ਯਿਸੂ ਜੀ ਨੇ ਉਸ ਇਸਤਰੀ ਦੇ ਵੱਲ ਵੇਖ ਕੇ ਕਿਹਾ ਕਿ ਕਿਸੇ ਨੇ ਤੈਨੂੰ ਕੋਈ ਸਜ਼ਾ ਨਹੀਂ ਦਿੱਤੀ? ਉਸ ਇਸਤਰੀ ਨੇ ਯਿਸੂ ਜੀ ਨੂੰ ਕਿਹਾ, ਨਹੀਂ, ਕਿਸੇ ਨੇ ਨਹੀਂ। ਪ੍ਰਭੂ ਯਿਸੂ ਜੀ ਨੇ ਕਿਹਾ ਕਿ ਜਾ, ਮੈਂ ਵੀ ਤੈਨੂੰ ਸਜ਼ਾ ਨਹੀਂ ਦਿੰਦਾ, ਚਲੀ ਜਾ
ਅਤੇ ਫਿਰ ਪਾਪ ਨਾ ਕਰੀ। ਦੋਸਤੋ, ਗੌਰ ਕਰੋ ਕਿ ਪ੍ਰਭੂ ਯਿਸੂ ਜੀ ਨੇ ਉਸ ਇਸਤਰੀ ਨੂੰ ਸਜ਼ਾ ਕਿਉਂ ਨਹੀਂ ਦਿੱਤੀ। ਯਹੂਦੀ ਵਿਵਸਥਾ ਦੇ ਅਨੁਸਾਰ ਵਿਵਹਾਰਿਕ ਤੌਰ ਤੇ ਜਦੋਂ ਕੋਈ ਇਸਤਰੀ ਜ਼ਿਨਾਕਾਰੀ ਦੇ ਵਿੱਚ ਫੜੀ ਜਾਂਦੀ ਹੈ ਤਾਂ ਉਸ ਦੀ ਪੁਸ਼ਟੀ ਬਹੁਤ ਸਾਰੇ ਗਵਾਹਾਂ ਦੇ ਰਾਹੀਂ ਹੁੰਦੀ ਹੈ, ਪਰ ਇੱਥੇ ਸਾਰੀ ਭੀੜ ਇੱਕ ਇੱਕ ਕਰਕੇ ਉੱਥੋਂ ਚਲੀ ਗਈ ਅਤੇ ਉਸ ਦੇ ਵਿਰੁੱਧ ਗਵਾਹੀ ਦੇਣ ਵਾਲਾ ਕੋਈ ਨਾ ਬਚਾ। ਇਸ ਕਰਕੇ ਪ੍ਰਭੂ ਯਿਸੂ ਜੀ ਨੇ ਉਸ ਨੂੰ ਬਿਲਕੁਲ ਵੀ ਸਜ਼ਾ ਨਹੀਂ ਦਿੱਤੀ ਅਤੇ ਉਹ ਉਸ ਨੂੰ ਸਜ਼ਾ ਦੇ ਨਹੀਂ ਸਕਦੇ ਸੀ। ਦੂਜੀ ਗੱਲ, ਹੁਣ ਪਰਮੇਸ਼ਰ ਦਾ ਵਚਨ ਸਾਨੂੰ ਯਹੂਨਾ ਦੀ ਅੰਜੀਲ ਦੇ 3 ਅਧਿਆਇ ਦੀ 17 ਆਇਤ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਕਹਿੰਦਾ, ਪਰਮੇਸ਼ਵਰ ਨੇ ਪੁੱਤਰ ਨੂੰ ਜਗਤ ਦੇ ਵਿੱਚ ਇਸ ਲਈ ਨਹੀਂ ਘੱਲਿਆ ਕਿ ਉਹ ਜਗਤ ਨੂੰ ਦੋਸ਼ੀ ਠਹਿਰਾਏ, ਸਗੋਂ ਇਸ ਲਈ ਕਿ ਜਗਤ ਉਹਦੇ ਰਾਹੀਂ ਬਚਾਇਆ ਜਾਏ। ਪ੍ਰਭੂ ਯਿਸੂ ਜੀ ਜਾਣਦੇ ਸੀ ਕਿ ਉਹਨਾਂ ਨੇ ਸਲੀਬ ਦੇ ਉੱਤੇ ਸਾਰੀ ਮਨੁੱਖ ਜਾਤੀ ਦੀ ਸਜ਼ਾ ਆਪਣੇ ਉੱਤੇ ਲੈਣੀ ਸੀ ਅਤੇ ਉਸ ਦੇ ਵਿੱਚ ਉਹ ਇਸਤਰੀ ਵੀ ਸ਼ਾਮਿਲ ਸੀ ਅਤੇ ਅਸੀਂ ਵੀ। ਦੋਸਤੋ, ਅੱਜ ਪਰਮੇਸ਼ਰ ਸਾਨੂੰ ਸਜ਼ਾ ਨਹੀਂ ਦਿੰਦਾ ਕਿਉਂਕਿ ਸਜ਼ਾ ਪਹਿਲਾਂ ਹੀ ਪ੍ਰਭੂ ਯਿਸੂ ਮਸੀਹ ਜੀ ਨੂੰ ਦੇ ਦਿੱਤੀ ਜਾ ਚੁੱਕੀ ਹੈ। ਦੋਸਤੋ, ਬਹੁਤ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਪਹਿਲਾਂ ਠੀਕ ਕਰ ਲਈਏ ਤਾਂ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਆਵਾਂਗੇ। ਤਾਂ ਦੋਸਤੋ, ਇਹ ਜਾਣ ਲਓ ਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੋਏਗਾ। ਪ੍ਰਭੂ ਯਿਸੂ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਪਹਿਲੇ ਤੂੰ ਆਪਣੇ ਆਪ ਨੂੰ ਸ਼ੁੱਧ ਕਰ, ਤਦ ਮੇਰੇ ਕੋਲ ਆ ਔਰ ਮੈਂ ਤੈਨੂੰ ਸਵੀਕਾਰ ਕਰੂੰਗਾ। ਪਰ ਉਹ ਤਾਂ ਕਹਿੰਦੇ ਹਨ ਕਿ ਤੂੰ ਜਿਵੇਂ ਦਾ ਵੀ ਹੈ ਮੇਰੇ ਕੋਲ ਆ, ਮੈਂ ਤੇਰੀ ਉਡੀਕ ਕਰ ਰਿਹਾ, ਮੈਂ ਤੇਰੇ ਪਾਪਾਂ ਨੂੰ ਪਹਿਲਾਂ ਹੀ ਮਾਫ ਕਰ ਚੁੱਕਾ। ਦੋਸਤੋ, ਸਾਨੂੰ ਪਵਿੱਤਰ ਕਰਨਾ ਪ੍ਰਭੂ ਯਿਸੂ ਮਸੀਹ ਜੀ ਦੀ ਜ਼ਿੰਮੇਵਾਰੀ ਹੈ। ਅਸੀਂ ਇਹ ਵੀ ਜਾਣਿਆ ਕਿ ਅਕਸਰ ਸਭ ਤੋਂ ਬੁਰੇ ਪਾਪੀ ਹੀ ਦੂਜਿਆਂ ਉੱਤੇ ਦੋਸ਼ ਲਗਾਉਣ ਦਾ ਕੰਮ ਕਰਦੇ ਹਨ। ਅਸੀਂ ਇਹ ਵੀ ਜਾਣਿਆ ਕਿ ਸਾਡੇ ਚੰਗੇ ਕਰਮ ਸਾਨੂੰ ਮੁਕਤੀ ਨਹੀਂ ਦਿਵਾ ਸਕਦੇ ਅਤੇ ਸਾਨੂੰ ਸਵਰਗ ਦੇ ਵਿੱਚ ਨਹੀਂ ਲਿਜਾ ਸਕਦੇ। ਅਤੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਦੁਆਰਾ ਮਾਫ ਕੀਤੇ ਜਾਂਦੇ ਹਾਂ ਔਰ ਉਸ ਦੇ ਲਹੂ ਦੇ ਦੁਆਰਾ ਪਵਿੱਤਰ ਕੀਤੇ ਜਾਂਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਕੋਈ ਵੀ ਪਾਪ ਨਹੀਂ ਬਚਦਾ। ਅਸੀਂ ਪਾਪ ਰਹਿਤ ਹੋ ਜਾਂਦੇ ਹਾਂ। ਇਸ ਕਰਕੇ ਕੋਈ ਵੀ ਪਾਪ ਸਾਨੂੰ ਸਵਰਗ ਤੋਂ ਬਾਹਰ ਨਹੀਂ ਰੱਖ ਸਕਦਾ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੀ ਇਸ ਅੱਛੀ ਸਿੱਖਿਆ ਵਾਸਤੇ। ਪਿਤਾ ਪਰਮੇਸ਼ਰ, ਜੋ ਸਾਨੂੰ ਪਿਤਾ ਪਰਮੇਸ਼ਰ ਉਸ ਜਿੰਨਾਕਾਰੀ ਔਰਤ ਦੇ ਜੀਵਨ ਤੋਂ ਮਿਲੀ। ਪਿਤਾ ਪਰਮੇਸ਼ਰ, ਇੱਕ ਵੱਡੀ ਸੱਚਾਈ ਸਾਨੂੰ ਪਤਾ ਲੱਗੀ ਕਿ ਪ੍ਰਭੂ ਜੀ ਤੁਸੀਂ ਹੀ ਹੋ ਜੋ ਸਾਡੇ ਪਾਪਾਂ ਨੂੰ ਮਾਫ ਕਰ ਸਕਦੇ ਹੋ। ਤੁਸੀਂ ਇਸ ਇਸਤਰੀ ਨੂੰ ਇਸ ਕਰਕੇ ਸਜ਼ਾ ਨਹੀਂ ਦਿੱਤੀ ਕਿਉਂਕਿ ਤੁਸੀਂ ਉਸ ਇਸਤਰੀ ਦੇ ਪਾਪਾਂ ਨੂੰ ਵੀ ਆਪਣੇ ਉੱਤੇ ਚੁੱਕਣਾ ਸੀ। ਪਿਤਾ ਪਰਮੇਸ਼ਰ, ਤੁਸੀਂ ਆਪਣਾ ਲਹੂ ਬਹਾ ਕੇ ਸਾਡੇ ਪਾਪਾਂ ਨੂੰ ਮਾਫ ਕੀਤਾ, ਸਾਨੂੰ ਅਨੰਤ ਜੀਵਨ ਦਿੱਤਾ। ਤੁਹਾਡਾ ਧੰਨਵਾਦ। ਪਿਆਰੇ ਪਿਤਾ ਪਰਮੇਸ਼ਰ, ਮੇਰੀ ਪ੍ਰਾਰਥਨਾ ਜਿੰਨੇ ਵੀ ਲੋਕ ਤੁਹਾਡੇ ਵਚਨ ਨੂੰ ਸੁਣਦੇ ਹਨ, ਜਿੰਨੇ ਵੀ ਲੋਕ ਤੁਹਾਡੇ ਵਚਨ ਨੂੰ ਵੇਖਦੇ ਹਨ, ਉਹਨਾਂ ਦੇ ਜੀਵਨਾਂ 'ਚ ਕੰਮ ਕਰੋ ਤਾਂ ਕਿ ਇਹ ਪ੍ਰਕਾਸ਼ਨ ਉਹਨਾਂ ਦੇ ਜੀਵਨ ਦੇ ਵਿੱਚ ਆ ਜਾਏ ਔਰ ਉਹ ਪਿਤਾ ਪਰਮੇਸ਼ਰ ਆਪਣੇ ਪਾਪਾਂ ਤੋਂ ਮਾਫੀ ਮੰਗ ਕੇ ਤੁਹਾਡੇ ਕੋਲ ਆ ਸਕਣ, ਤੁਹਾਡੇ ਤੋਂ ਪ੍ਰਭੂ ਜੀ ਹਮੇਸ਼ਾ ਦੀ ਜ਼ਿੰਦਗੀ ਨੂੰ ਪ੍ਰਾਪਤ ਕਰ ਸਕਣ। ਧੰਨਵਾਦ ਪ੍ਰਭੂ ਜੀ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।